ਦੋਸਤੋ ਅੱਜ 2018 ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮ ਤੋਂ ਪਾਰਟੀ ਸਦਾਰਤ ਤੋਂ ਅਲੱਗ ਹੋਣ ਵਾਲੇ ਮੀਆਂ ਨਵਾਜ਼ ਸ਼ਰੀਫ ਨੇ ਦੁਬਾਰਾ ਪਾਰਟੀ ਸਦਾਰਤ ਸੰਭਾਲ ਲਈ। ਮੁਸਲਿਮ ਲੀਗ ਨੂਨ ਦੀ ਜਨਰਲ ਕੌਂਸਲ ਦਾ ਇਜਲਾਸ ਬੁਲਾਇਆ ਗਿਆ ਤੇ ਉੱਥੇ ਲੋਕਾਂ ਨੇ ਉਹਨਾਂ ਨੂੰ ਪ੍ਰੈਜ਼ੀਡੈਂਟ ਦੇ ਤੌਰ ਤੇ ਨਾਮਜ਼ਦ ਕੀਤਾ ਔਰ ਉਹਨਾਂ ਦੇ ਮੁਕਾਬਲੇ ਦੇ ਉੱਤੇ 11 ਬੰਦਿਆਂ ਨੇ ਜਿਨ੍ਹਾਂ ਨੇ ਫਾਰਮ ਲਏ ਸੀ ਸਦਰ ਦੇ ਇਲੈਕਸ਼ਨ ਵਾਸਤੇ, ਕਿਸੇ ਨੇ ਵੀ ਇਲੈਕਸ਼ਨ ਨਹੀਂ ਲੜਿਆ ਤੇ ਅਨਅਪੋਜ਼ਡ ਉਹ ਪਾਰਟੀ ਦੇ ਸਦਰ ਮੁੰਤਖਬ ਹੋ ਗਏ। ਅੱਛਾ, ਉਹਨਾਂ ਦੇ ਸਦਰ ਬਣਨ ਦੇ ਨਾਲ ਪਾਰਟੀ ਨੂੰ ਕੀ ਫਾਇਦਾ ਹੋਵੇਗਾ ਤੇ ਪਾਰਟੀ ਕਿੱਥੇ ਖੜੀ ਹੋਵੇਗੀ, ਇਹਦੇ ਇਮਕਾਨਾਤ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਲੇਕਿਨ ਪਹਿਲੇ 2-3 ਚੀਜ਼ਾਂ ਨੇ ਉਹ ਅਸੀਂ ਦੇਖ ਲਈਏ। ਅੱਜ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਇਸ ਮੌਕੇ ਦੇ ਉੱਤੇ, ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਔਰ ਸਰਾਹਿਆ ਆਪਣੇ ਕੁਝ ਪੁਰਾਣੇ ਲੋਕਾਂ ਨੂੰ। ਮਸਲਨ ਉਹਨਾਂ ਰਾਣਾ ਸਨਾਉੱਲਾ ਦੀ ਸਿਆਸੀ ਜਿੱਦੋ-ਜਹਿਦ ਨੂੰ ਬੜਾ ਟ੍ਰਿਬਿਊਟ ਦਿੱਤਾ, ਉਹਨਾਂ ਸਾਦ ਰਫੀਕ ਦੇ ਕੰਮ ਨੂੰ ਸਰਾਹਿਆ। ਉਹਨਾਂ ਨੇ ਜਨਾਬ ਫਿਰ ਉਸ ਤੋਂ ਬਾਅਦ ਜਿਹੜੇ ਇਸਾਕ ਡਾਰ ਉਹਦੀ ਜਿੱਦੋ-ਜਹਿਦ ਨੂੰ, ਹਮਜ਼ਾ ਦੀ ਔਰ ਆਪਣੀ ਬੇਟੀ ਮਰੀਮ ਦੀ ਜਿਹੜੀ ਸਿਆਸੀ ਕੋਸ਼ਿਸ਼ਾਂ ਨੇ ਉਹਨਾਂ ਨੂੰ ਬੜਾ ਸਰਾਹਿਆ। ਤੇ ਬਾਕੀ ਗੱਲਾਂ ਇੱਕ ਪਾਸੇ, ਲੇਕਿਨ ਜਿਹੜਾ ਸ਼ਾਹਿਦ ਖਾਕਾਨ ਅਬਾਸੀ ਨੂੰ ਸਰਾਹਿਆ ਉਹਨਾਂ ਨੇ, ਉਹਦੇ ਪਿੱਛੇ ਇਹ ਅੰਦਾਜ਼ਾ ਹੈ ਸਾਡਾ ਕਿ ਸ਼ਾਇਦ ਉਹ ਚਾਹੁੰਦੇ ਨੇ ਕਿ ਸ਼ਾਇਦ ਖਾਕਾਨ ਅਬਾਸੀ ਆਪਣੀ ਨਵੀਂ ਪਾਰਟੀ ਨਾ ਬਣਾਉਣ, ਔਰ ਕਿਉਂਕਿ ਨਵੀਂ ਪਾਰਟੀ ਬਣਾਉਣਗੇ ਤੇ ਉੱਥੇ ਜਿਹੜੇ ਬੰਦੇ ਜਾਣਗੇ ਮੁਸਲਿਮ ਲੀਗ ਨੂਨ 'ਚੋਂ ਜਾਣਗੇ ਜ਼ਿਆਦਾ। ਸ਼ਾਹਿਦ ਖਾਕਾਨ ਅਬਾਸੀ ਵਜ਼ੀਰ ਆਜ਼ਮ ਰਹੇ ਨੇ ਸਾਬਕ ਔਰ ਉਹਨਾਂ ਦੀਆਂ ਪਾਰਟੀ ਦੇ ਵਿੱਚ ਹਾਲੇ ਵੀ ਇੱਕ ਮਜ਼ਬੂਤ ਜੜ੍ਹਾਂ ਹੈਗੀਆਂ ਨੇ, ਲੋਕ ਉਹਨਾਂ ਦੀ ਗੱਲ ਸੁਣਦੇ ਨੇ ਤੇ ਉਹ ਚਾਹੁੰਦੇ ਨੇ ਕਿ ਤਾਰੀਫ ਕਰਕੇ ਉਹਨਾਂ ਨੂੰ ਜ਼ਰਾ ਥੋੜ੍ਹਾ ਜਿਹਾ ਠੰਡਾ ਕੀਤਾ ਜਾਵੇ ਔਰ ਅਹਿਸਾਸ ਦਵਾਇਆ ਜਾਵੇ ਕਿ ਜਨਾਬ ਹੁਣ ਮੈਂ ਆ ਗਿਆ ਵਾਂ ਤੇ ਹੁਣ ਤੇਰੀ ਸ਼ਿਕਾਇਤ ਦੂਰ ਹੋ ਜਾਊਗੀ। ਤੇ ਇਹਨੂੰ ਇਸ ਤਨਾਜ਼ਰ ਦੇ ਵਿੱਚ ਉਹਨਾਂ ਨੇ ਗੱਲ ਕੀਤਾ। ਫਿਰ ਇਹਦੇ ਵਿੱਚ ਇਹਦੀ ਵਜ੍ਹਾ ਕੀ ਬਣੀ? ਇਹਦੀ ਵਜ੍ਹਾ ਇਹ ਬਣੀ ਕਿ ਪਿਛਲੇ ਮਹੀਨੇ ਪੰਜਾਬ ਮੁਸਲਿਮ ਲੀਗ ਨੂਨ ਨੇ ਇੱਕ ਕਰਾਰਦਾਦ ਪੇਸ਼ ਕੀਤੀ ਆਪਣੀ ਇਜਲਾਸ ਦੇ ਵਿੱਚ ਔਰ ਉਸ ਕਰਾਰਦਾਦ 'ਚ ਉਹਨਾਂ ਨੇ ਮੀਆਂ ਨਵਾਜ਼ ਸ਼ਰੀਫ ਨੂੰ ਰਿਕੁਐਸਟ ਕੀਤੀ ਕਿ ਉਹ ਪਾਰਟੀ ਸਦਾਰਤ ਸੰਭਾਲ ਲੈਣ ਤੇ ਇਹ ਉਸ ਤੋਂ ਬਾਅਦ ਇਹ ਜਨਰਲ ਕੌਂਸਲ ਬੁਲਾਈ ਗਈ ਤੇ ਉਹ ਹੁਣ ਪਾਰਟੀ ਦੇ 6 ਸਾਲ ਬਾਅਦ ਸਦਰ ਬਣ ਗਏ। ਅੱਛਾ, ਹੁਣ ਸਦਰ ਬਣ ਕੇ ਕੀ ਹੋ ਸਕਦਾ? ਸਦਰ ਦੇ ਕੋਲ ਅਸੀਂ ਜਿਹੜਾ ਉਹਨਾਂ ਦਾ ਕਨਸਟੀਟਿਊਸ਼ਨ ਹੈ ਮੁਸਲਿਮ ਲੀਗ ਨੂਨ ਦਾ, ਉਹ ਕਨਸਟੀਟਿਊਸ਼ਨ ਨੂੰ ਵੇਖਿਆ ਕਿ ਸਦਰ ਬਣਨ ਤੋਂ ਬਾਅਦ ਉਹ ਇਹ ਕਰ ਸਕਦੇ ਨੇ ਕਿ ਪਾਰਟੀ ਦੀ ਮੁਖਤਲਿਫ ਤਨਜ਼ੀਮਾਂ ਨੇ ਜਿਹੜੀਆਂ ਬਸ ਸੂਬਾਈ ਤਨਜ਼ੀਮਾਂ ਨੇ, ਜਿਹੜੀਆਂ ਪਾਰਟੀ ਦੀਆਂ ਥੱਲੀ ਸਤ੍ਹਾ ਦੀਆਂ ਤਨਜ਼ੀਮਾਂ ਨੇ, ਉਹਦੇ ਉੱਤੇ ਉਹ ਆਪਣੀ ਮਰਜ਼ੀ ਦੇ ਬੰਦੇ ਲਿਆ ਸਕਦੇ ਨੇ। ਤੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਤੋਂ ਪਹਿਲੇ ਕਿਹੜੇ ਬੰਦੇ ਸਨ? ਦੂਜੇ ਬੰਦੇ ਸਨ। ਤੇ ਉਹ ਜਿਹੜੀ ਗੱਲ ਅਸੀਂ ਕਈ ਵਾਰ ਕਰੀ ਦੀ ਹੈ ਜਾਂ ਦੂਸਰੇ ਕੋਈ ਦੋਸਤ ਕਰਦੇ ਨੇ ਕਿ ਮੁਸਲਿਮ ਲੀਗ ਨੂਨ ਦੇ ਵਿੱਚ ਸ਼ੀਨ ਗਰੁੱਪ ਜਿਹੜਾ ਹੈ ਉਹ ਵੀ ਹੈਗਾ ਵੇ, ਯਾਨੀ ਸ਼ਬਾਜ਼ ਗਰੁੱਪ। ਫਿਰ ਉਹਨੂੰ ਅੱਗੇ ਟਰਾਂਸਲੇਟ ਕਰੀਏ ਤਾਂ ਹਮਜ਼ਾ ਗਰੁੱਪ ਬਣਦਾ ਹੈ। ਤੇ ਐਤਕੀ ਜਿਵੇਂ ਇਲੈਕਸ਼ਨ ਦੇ ਵਿੱਚ ਮੁਸਲਿਮ ਲੀਗ ਨੂਨ ਨੇ ਜਿਹੜੇ ਨਵਾਜ਼ ਸ਼ਰੀਫ ਗਰੁੱਪ ਹੈ ਉਹਦਾ ਇਹ ਸ਼ਿਕਾਇਤ ਹੈਗੀ ਕਿ ਉਹਨਾਂ ਨੂੰ ਹਰਵਾਇਆ ਗਿਆ। ਮਸਲ ਜਵੇਦ ਲਤੀਫ ਸ਼ੇਖੂਪੁਰਾ ਤੇ ਹਾਰ ਗਏ, ਇੰਜੀ ਰਾਣਾ ਸਨਾਹ ਫੈਸਲਾਬਾਦ ਤੋਂ ਹਾਰ ਗਏ, ਹੋਰ ਵੀ ਇਹਨਾਂ ਦੇ ਜਿਹੜੇ ਇੰਜ ਦੇ ਬੰਦੇ ਨੇ ਬੜੇ ਆਗੂ ਉਹ ਹਾਰੇ। ਤੇ ਇਹਨਾਂ ਨੇ ਕਿਹਾ ਜੀ ਸਾਨੂੰ ਜਾਣਬੁੱਝ ਕੇ ਹਰਵਾਇਆ ਗਿਆ ਔਰ ਸ਼ਬਾਜ਼ ਗਰੁੱਪ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜਿਤਵਾਇਆ ਗਿਆ। ਤੇ ਹੁਣ ਫਿਰ ਨਵਾਜ਼ ਸ਼ਰੀਫ ਜਦੋਂ ਆਏ ਨੇ ਤੇ ਉਹ ਫਿਰ ਕੀ ਕਰਨਗੇ? ਉਹ ਇਹ ਕਰਨਗੇ ਕਿ ਸ਼ਬਾਜ਼ ਗਰੁੱਪ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਪਿੱਛੇ ਕਰਨਗੇ ਔਰ ਆਪਣੇ ਗਰੁੱਪ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਕਰਨਗੇ। ਤੁਸੀਂ ਉਹ ਵੀਡੀਓ ਵੀ ਵੇਖੀ ਹੋਣੀ ਕਿ ਉਹ ਜਿਹੜੇ ਪਿੰਡੀ ਵਾਲੇ ਨੇ ਖਲੋਤੇ ਦੇ ਲੀਡਰ ਤੇ ਨਾਲ ਸ਼ਬਾਜ਼ ਸ਼ਰੀਫ ਸਾਹਿਬ ਤਕਰੀਰ ਕਰਨ ਡਏ ਨੇ ਤੇ ਹਨੀਫ ਅਬਾਸੀ ਇੰਜ ਕਰਕੇ ਜਦੋਂ ਸਟੇਜ ਦੇ ਕਰੀਬ ਬੈਠੇ ਤੇ ਸ਼ਬਾਜ਼ ਸ਼ਰੀਫ ਨੇ ਉਹਨਾਂ ਦੇ ਹੱਥ ਨੂੰ ਇੰਜ ਕੀਤਾ, ਯਾਨੀ ਆਪ ਤਕਰੀਰ ਕਰਦੇ ਹੋ ਵਜ਼ੀਰ ਆਜ਼ਮ। ਤੇ ਇਹ ਲਾਜ਼ਮੀ ਤਾਂ ਨਹੀਂ ਕਿ ਉਹ ਗੁਲਾਮ ਹੋਵੇ ਹਨੀਫ ਅਬਾਸੀ, ਤੇ ਲੇਕਿਨ ਉਹ ਕੁਝ ਨਹੀਂ ਕਰ ਸਕਿਆ। ਪਰ ਬੰਦੇ ਦੇ ਦਿਲ 'ਚ ਤਾਂ ਕੁਝ ਹੁੰਦੀ ਨਾ ਗੱਲ, ਤੇ ਉਹ ਲਾਇਲਟੀ ਜਿਹੜੀ ਉਹਦੀ ਨਵਾਜ਼ ਸ਼ਰੀਫ ਦੇ ਨਾਲ, ਤੇ ਉਹ ਇਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਾਏਗਾ। ਫਿਰ ਰਾਣਾ ਸਨਾਉੱਲਾ ਨੂੰ ਜਿਹੜਾ ਵਜ਼ੀਰ ਆਜ਼ਮ ਦਾ ਮਸ਼ੀਰ ਬਣਾਉਣਾ ਹੈ, ਇਹ ਵੀ ਇੱਕ ਵਲੌਗ ਦੇ ਵਿੱਚ ਮੈਂ ਦੱਸ ਚੁੱਕਿਆ ਪਹਿਲੇ ਕਿ ਇਹ ਵੀ ਪਾਰਟੀ ਦੇ ਉੱਤੇ ਆਪਣਾ ਹੋਲਡ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈਗੀ ਸੀ। ਹੁਣ ਕੀ ਹੋਏਗਾ ਕਿ ਇੱਕ ਬੰਦਾ ਹੈ ਜਿਹਦਾ ਨਾਮ ਹੈ ਬਸ਼ੀਰ ਮੇਮਨ, ਉਹਨੂੰ ਜਿਹੜੇ ਹੁਣ ਫਰਵਰੀ ਦੇ ਵਿੱਚ ਆਮ ਇਲੈਕਸ਼ਨ ਹੋਏ ਸੀ ਉਸ ਤੋਂ ਚੰਦ ਦਿਨ ਪਹਿਲੇ ਮੁਸਲਿਮ ਲੀਗ ਨੂਨ ਜੁਆਇਨ ਕਰਵਾਈ ਗਈ। ਉਹ ਬਿਊਰੋਕਰੇਟ ਹੈ, FIA ਵਗੈਰਾ ਦਾ ਉਹ ਸਰਬਰਾਹ ਰਿਹਾ ਤੇ ਉਹਦੀ ਖਿਦਮਾਤ ਇਹ ਸਨ ਕਿ ਤਹਿਰੀਕ ਇਨਸਾਫ ਦੇ ਜਿਹੜੇ ਲੀਡਰ ਨੇ ਇਮਰਾਨ ਖਾਨ, ਉਹਦੇ ਹਵਾਲੇ ਨਾਲ ਕੁਝ ਇਨਫੋਰਮੇਸ਼ਨ ਉਹਨਾਂ ਨੇ ਨੂਨ ਲੀਗ ਦੀ ਕਿਆਦਤ ਨੂੰ ਦਿੱਤੀ ਔਰ ਕੁਝ ਸਪੋਰਟ ਕੀਤੀ ਲੀਗਲ ਇਸ਼ੂਜ਼ ਦੇ ਵਿੱਚ। ਤੇ ਇਸ ਵਾਸਤੇ ਹੁਣ ਮੁਸਲਿਮ ਲੀਗ ਨੂਨ ਦੇ ਵਿੱਚ ਬੜੀ ਅਹਿਮੀਅਤ ਦਿੱਤੀ ਗਈ
ਤੇ ਸਾਰੇ ਜਿਹੜੇ ਸਿਆਣੇ ਤੇ ਪੁਰਾਣੇ ਬੰਦੇ ਨੇ ਸਿੰਧ ਮੁਸਲਿਮ ਲੀਗ ਦੇ, ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਬਸ਼ੀਰ ਮੈਮਨ ਨੂੰ ਸਿੰਧ ਮੁਸਲਿਮ ਲੀਗ ਦਾ ਸਦਰ ਬਣਾ ਦਿੱਤਾ ਗਿਆ ਸੀ। ਔਰ ਇਹ ਕਿਹਾ ਗਿਆ ਸੀ ਕਿ ਜਨਾਬ ਉਹ ਬੜੇ ਜੋੜ ਤੋੜ ਕਰਨਗੇ ਔਰ ਅਹਿਮ ਅੱਛੇ ਰਿਜ਼ਲਟ ਲੈਣਗੇ। ਲੇਕਿਨ ਉੱਥੇ ਮੁਸਲਿਮ ਲੀਗ ਨੂਨ ਦੀ ਜਿਹੜੀ ਕਾਰਕਰਦਗੀ ਸਿੰਧ ਦੇ ਵਿੱਚ ਉਹ ਪਹਿਲੇ ਨਾਲੋਂ ਵੀ ਖਰਾਬ ਹੋ ਗਈ। ਤੇ ਬਸ਼ੀਰ ਮੈਮਨ ਉਸ ਦਿਨ ਦੇ ਸਾਨੂੰ ਤਾਂ ਕਿਤੇ ਨਹੀਂ ਨਜ਼ਰ ਆਇਆ ਕਿਸੇ ਖਬਰ ਦੇ ਵਿੱਚ, ਕਿਸੇ ਐਕਟੀਵਿਟੀ ਦੇ ਵਿੱਚ। ਤੇ ਅੱਜ ਉਹ ਉਸ ਜਨਰਲ ਕੌਂਸਲ ਦੇ ਇਜਲਾਸ ਦੇ ਵਿੱਚ ਹੈਗੇ ਸਨ ਤੇ ਉਹਨਾਂ ਨੇ ਵੀ ਫਾਰਮ ਲਿਆ ਸੀ ਸਦਰ ਦੇ ਇਲੈਕਸ਼ਨ ਵਾਸਤੇ। ਤੇ ਜਿਵੇਂ ਬਾਕੀ ਲੋਕਾਂ ਨੇ ਨਹੀਂ ਇਲੈਕਸ਼ਨ ਲੜਿਆ, ਜਿੰਦੇ ਵਿੱਚ ਜਨਾਬ ਉਹਨਾਂ ਦੇ ਬਸ਼ੀਰ ਮੈਮਨ, ਅਨਵਾਰੁਲ ਹਕ ਸਿੱਦੀਕੀ, ਇਸਾਕ ਡਾਰ, ਰਾਜਾ ਮੁਹੰਮਦ ਫਾਰੂਕ, ਗੁਲਾਮ ਕਾਦਰ ਸ਼ਾਹ ਤੇ ਹਫੀਜ਼ੁਰ ਰਹਿਮਾਨ ਸ਼ਾਹ, ਇਹ ਵੀ ਲੋਕ ਸਨ। ਯਾਨੀ KPK, GB ਕਸ਼ਮੀਰ ਤੇ ਇੱਧਰ ਦੇ ਕਰਾਚੀ ਸਿੰਧ ਦੇ ਲੋਕ ਜਿਹੜੇ ਨੇ ਨੁਮਾਇੰਦੇ, ਇਹਨਾਂ ਨੇ ਇਲੈਕਸ਼ਨ ਦੇ ਫਾਰਮ ਲੈ ਲਏ ਲੇਕਿਨ ਲੜੇ ਨਹੀਂ ਤੇ ਨਵਾਜ਼ ਸ਼ਰੀਫ ਨੂੰ ਬਿਲਾ ਮੁਕਾਬਲਾ ਮੁੰਤਖਬ ਹੋਣ ਦਿੱਤਾ। ਨਵਾਜ਼ ਸ਼ਰੀਫ ਬਿਲਾ ਮੁਕਾਬਲਾ ਮੁੰਤਖਬ ਹੋਣ ਤੋਂ ਬਾਅਦ ਕੀ ਕਰਨਗੇ, ਅਸੀਂ ਇਹਦੇ 'ਤੇ ਗੱਲ ਕਰ ਰਹੇ ਸਾਂ। ਤੇ ਗੱਲ ਇਹ ਵੇ ਕਿ ਉਹ ਇੱਥੇ ਆਪਣੇ ਗਰੁੱਪ ਦੇ ਬੰਦੇ ਲਿਆਉਣਗੇ ਔਰ ਬਾਕੀ ਜਿਹੜੇ ਸ਼ਬਾਜ਼ ਸ਼ਰੀਫ ਗਰੁੱਪ ਇਹਨੂੰ ਪਿੱਛੇ ਲੈ ਕੇ ਜਾਣਗੇ। ਇਹਦੇ ਨਾਲ ਹੋਵੇਗਾ ਕਿ ਉਹ ਫਿਰ ਇੱਕ ਦਫਾ ਜਿਹੜਾ ਐਂਟੀ ਐਸਟੈਬਲਿਸ਼ਮੈਂਟ ਬਿਆਨੀਆਂ ਬਣਾਉਣ ਦੀ ਕੋਸ਼ਿਸ਼ ਕਰਨ ਦੇ ਨੇ। ਉਹਨਾਂ ਨੂੰ ਲੱਗਾ ਕਿ ਹੁਣ ਦੀ ਜਿਹੜੀ ਪੋਲੀਟੀਕਲ ਸਪੇਸ ਹੈਗੀ ਉਹਦੇ ਵਿੱਚ ਜਿਹੜੀ ਗੱਲ ਲੋਕ ਸੁਣ ਰਹੇ ਨੇ ਉਹ ਐਂਟੀ ਐਸਟੈਬਲਿਸ਼ਮੈਂਟ ਹੈ। ਤੇ ਸਿਆਸਤਦਾਨ ਹਮੇਸ਼ਾ ਉਹ ਗੱਲ ਵੱਲ ਭੱਜਦਾ ਹੈ, ਉਸ ਇਸ਼ੂ ਵੱਲ ਭੱਜਦਾ ਹੈ ਜਿੱਥੇ ਉਹਨੂੰ ਲੱਗੇ ਕਿ ਪਬਲਿਕ ਸਪੋਰਟ ਹੈਗੀ ਉਹਦੇ ਵਿੱਚ। ਤੇ ਹੁਣ ਨਵਾਜ਼ ਸ਼ਰੀਫ ਜਿਹੜੇ ਨੇ ਉਹ ਐਂਟੀ ਐਸਟੈਬਲਿਸ਼ਮੈਂਟ ਬਣਨ ਦੀ ਕੋਸ਼ਿਸ਼ ਕਰਨਗੇ ਜਾਂ ਨਜ਼ਰ ਆਉਣ ਦੇ ਵਿਖਾਵਾ ਦੇਣਗੇ। ਤੇ ਇਹਦੇ ਵਾਸਤੇ ਉਹ ਫਿਰ ਕੀ ਕਰ ਸਕਦੇ ਨੇ, ਉਹ ਐਸੇ ਬੰਦਿਆਂ ਨੂੰ ਪਾਰਟੀ ਦੀ ਅਹਿਮ ਪੋਜੀਸ਼ਨਸ 'ਤੇ ਲੈ ਕੇ ਆਉਣਗੇ ਜਿਹੜੇ ਐਸਟੈਬਲਿਸ਼ਮੈਂਟ ਦੇ ਹਵਾਲੇ ਨਾਲ ਸਖਤ ਮੌਕਫ ਰੱਖਦੇ ਨੇ ਜਾਂ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਸਖਤ ਮੌਕਫ ਰੱਖਣ ਵਾਲੇ। ਤੇ ਇਹਦੇ ਨਾਲ ਹੋਵੇਗਾ ਕਿ ਐਸਟੈਬਲਿਸ਼ਮੈਂਟ ਦੇ ਨਾਲ ਇਹਨਾਂ ਦੇ ਜਿਹੜੇ ਮਰਾਸਮ ਨੇ ਉਹ ਫਰਕ ਆਉਣਾ ਸ਼ੁਰੂ ਹੋਏਗਾ। ਉਧਰ ਆਲਰੇਡੀ ਇੱਕ ਫਰਕ ਪੈ ਗਿਆ ਕਿਉਂਕਿ ਐਸੇ ਲੋਕ ਜਿਹੜੇ ਨੇ ਬਰਾਹ ਰਾਸਤ ਉਹ ਹੁਣ ਮੁਜ਼ਾਕਰਾਤ ਜਾਂ ਰਾਬਤੇ ਕਰ ਰਹੇ ਨੇ ਤਹਿਰੀਕ-ਏ ਇਨਸਾਫ ਦੀ ਲੀਡਰਸ਼ਿਪ ਦੇ ਨਾਲ, ਜਿਹੜੇ ਲੋਕ ਮੁਸਲਿਮ ਲੀਗ ਨੂਨ ਦੇ ਕੰਟਰੋਲ 'ਚ ਨਹੀਂ ਹੈਗੇ ਲੇਕਿਨ ਉਹ ਹਕੂਮਤ ਦਾ ਹਿੱਸਾ ਨੇ। ਤੇ ਇਹ ਜਿਹੜੀ ਇੱਕ ਤਜ਼ਾਦ ਪੈਦਾ ਹੋਏਗਾ ਕਿ ਹਕੂਮਤ ਦੇ ਅੰਦਰ ਹੀ ਲੋਕ ਹੈਗੇ ਨੇ ਉਹ ਰਾਬਤੇ ਵੀ ਕਰ ਰਹੇ ਨੇ ਕਿਸੇ ਹੋਰ ਦੇ ਬਿਹਾਫ ਦੇ ਉੱਤੇ ਔਰ ਉਹ ਮੁਸਲਿਮ ਲੀਗ ਨੂਨ ਦੀ ਕਿਆਦਤ ਦੇ ਕੰਟਰੋਲ 'ਚ ਵੀ ਨਹੀਂ ਹੈਗੇ। ਤੇ ਇੱਥੇ ਆ ਕੇ ਮੁਸਲਿਮ ਲੀਗ ਨੂਨ ਦੇ ਅੰਦਰ ਜਿਹੜਾ ਇੱਕ ਤਜ਼ਾਦ ਹੈਗਾ ਵੇ ਔਰ ਕਸ਼ਮਕਸ਼ ਹੈਗੀ ਉਹ ਬਰਕਰਾਰ ਰਹੇਗੀ ਔਰ ਬਰਕਰਾਰ ਕੀ ਰਹੇਗੀ ਬਲਕਿ ਅੱਗੇ ਵਧੇਗੀ। ਤੇ ਨਵਾਜ਼ ਸ਼ਰੀਫ ਦੇ ਆਉਣ ਦੇ ਨਾਲ ਸਾਨੂੰ ਪਹਿਲੇ ਹੀ ਅੰਦਾਜ਼ਾ ਵੈਸੇ ਤਾਂ ਕਿ ਕੋਈ ਨਾ ਕੋਈ ਐਸੀ ਗਲਤੀ ਜ਼ਰੂਰ ਹੁੰਦੀ ਹੈ ਜਿਹੜੀ ਉਹਨਾਂ ਵਾਸਤੇ ਤੰਗੀ ਦਾ ਬਾਇਸ ਬਣਦੀ। ਤੇ ਔਰ ਲੋਕ ਵੇਖ ਰਹੇ ਨੇ ਕਿ ਨਵਾਜ਼ ਸ਼ਰੀਫ ਜਿਸ ਨੇ ਤਾਕਤ ਫੜਨਗੇ, ਪਾਰਟੀ ਦੇ ਵਿੱਚ ਆਉਣਗੇ, ਪਾਰਟੀ ਦੀ ਸਦਾਰਤ ਹੁਣ ਉਹਨਾਂ ਨੇ ਸੰਭਾਲੀ, ਫਿਰ ਅਪਾਇੰਟਮੈਂਟਾਂ 'ਤੇ ਆਉਣਗੇ, ਫਿਰ ਜ਼ਾਹਿਰ ਸਦਰ ਦੇ ਤੌਰ 'ਤੇ ਉਹ ਪਾਰਟੀ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਐਕਟੀਵਿਟੀਜ਼ ਨੇ ਉਹਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਗੇ। ਤੇ ਜਿਹੜੀ ਅਸਲ ਖਰਾਬੀ ਹੋਏਗੀ ਉਹ ਉੱਥੇ ਹੀ ਹੋਵੇਗੀ ਕਿ ਪਾਰਲੀਮੈਂਟ ਨੂੰ ਜਦੋਂ ਕੰਟਰੋਲ ਕਰਨ ਦੀ ਉਹ ਕੋਸ਼ਿਸ਼